ਲੋਕਡਾਊਨ ਦੇ ਵਿੱਚ ਹਾਲਾਤ ਇਹ ਸੀ ਕਿ ਤੁਹਾਡਾ ਭਰਾ ਸੁਸਾਈਡ ਤੇ ਸੀਗਾ। ਇੱਕ ਪੈਰ ਪੱਟਿਆ ਤੇ ਸੁਸਾਈਡ ਸੀਗਾ, ਪਰ ਪੱਟਿਆ ਨਹੀਂਗਾ। 500-700 ਸ਼੍ਰੀ ਬਰਾੜ ਅੱਜ ਦਿਨੇ ਬੈਠਾ ਸੋਚ ਰਿਹਾ ਹੋਊਗਾ ਕਿ ਯਾਰ ਸੁਸਾਈਡ ਕਰਕੇ ਸਭ ਕੁਝ ਖਤਮ ਕਰ ਲਈਏ। ਜਦੋਂ ਲੋਕਡਾਊਨ ਲੱਗ ਰਿਹਾ ਸੀ ਪਿਛਲਾ, ਉਦੋਂ ਤੁਹਾਡੇ ਭਰਾ ਦੇ ਇਹ ਹਾਲਾਤ ਸੀਗੇ ਐਕਚੁਅਲ 'ਚ ਕਿ ਯਾਰ ਗਾਣੇ ਉਦੋਂ ਤੱਕ ਮੇਰੇ ਬੜੇ ਆ ਚੁੱਕੇ ਸੀ, 6-7 ਗਾਣੇ ਆ ਚੁੱਕੇ ਸੀ, ਮੈਨੂੰ ਉਹਨਾਂ ਦਾ ਇੱਕ ਪੈਸਾ ਨਹੀਂ ਆਇਆ ਸੀਗਾ। ਮੈਂ ਆਹ ਦਿਨਾਂ 'ਚ ਬੜੀਆਂ ਚੀਜ਼ਾਂ ਇਦਾਂ ਸੋਚਦਾ ਕਿ ਮੈਂ ਚਾਹੁੰਦਾ ਕਿ ਮੇਰੇ ਸਰੋਤਿਆਂ ਨਾਲ ਮੈਂ ਬੜਾ ਕਲੀਨ ਚੱਲਾਂ। ਜਿੱਥੇ ਆ ਮਾੜਾ ਹੋਇਆ ਫਿਰ ਹਨਾ, ਇੰਨੀ ਮਿਹਨਤ ਕਰਕੇ ਵੀ, ਇੰਨੇ ਸੋਹਣੇ ਗੀਤ ਬਣਾ ਕੇ ਵੀ ਅੱਜ ਭੁੱਖੇ ਮਰਨ ਦੀ ਕਗਾਰ ਤੇ, ਕਿਉਂਕਿ ਉਹਨਾਂ ਦਾ ਪੈਸਾ ਜਿਹੜਾ ਹੱਕ ਹੈਗਾ, ਕਾਨੂੰਨੀ ਤੌਰ ਤੇ ਹੱਕ ਹੈਗਾ, ਉਹ ਲੋਕ ਖਾ ਰਹੇ ਆ। ਸਾਡੇ ਗੀਤਾਂ ਦਾ ਪੈਸਾ ਕੋਈ ਹੋਰ ਕਿਉਂ ਖਾਵੇ? ਜਿੰਨੇ ਵੀ ਹੱਕ ਹੈਗੇ ਸਿੰਗਰਾਂ ਦੇ, ਕਿ ਆਉਣ ਵਾਲੀਆਂ ਪੀੜ੍ਹੀਆਂ ਘੱਟ ਤੋਂ ਘੱਟ ਸਾਨੂੰ ਇਹ ਨਾ ਕਹਿਣ ਕਿ ਸਾਡੇ ਪਿੱਛੇ ਜਿਹੜੇ ਸਿੰਗਰ ਆਏ ਸੀ, ਰਾਈਟਰ ਆਏ ਸੀ, ਪੜ੍ਹੇ ਲਿਖੇ ਹੋ ਕੇ ਵੀ ਉਹ ਐਡੇ ਪਾਗਲ ਸੀਗੇ ਵੀ ਸਾਡੀ ਜ਼ਿੰਦਗੀ ਦਾ ਨਹੀਂ ਕੁਝ ਬਣਾ ਸਕੇ। ਕਿਸੇ ਟਾਈਮ ਮੈਂ ਮਾੜੇ ਟਾਈਮ 'ਚ ਜੇ ਮੰਨ ਲਓ ਸੁਸਾਈਡ ਕਰ ਜਾਂਦਾ ਹਨਾ, ਇੰਨੇ ਦੁੱਖਾਂ 'ਚ ਆ ਕੇ, ਨਾ ਉਹ ਅੱਜ ਭਾਬੀ ਸੁਣਨਾ ਸੀ ਤੁਸੀਂ, ਨਾ ਵੈਲ ਸੁਣਨਾ ਸੀ ਤੁਸੀਂ, ਤਾਂ ਮੈਨੂੰ ਜਾਣਦੇ ਵੀ ਨਹੀਂ ਹੋਣਾ ਸੀ ਮੇਰੀ ਜਾਨ। ਐਕਚੁਅਲੀ ਸਿੰਗਰਾਂ ਰਾਈਟਰਾਂ ਤੱਕ ਪੈਸਾ ਕਿੰਨਾ ਪਹੁੰਚਦਾ? ਮਸਾਂ 200-250 ਕਰੋੜ ਪਹੁੰਚਦਾ ਹੋਊਗਾ। ਅੱਧਾ ਪੈਸਾ ਕਿਸੇ ਨੂੰ ਨਹੀਂ ਪਤਾ ਕਿੱਥੇ ਜਾਂਦਾ ਹੈਗਾ। ਸਾਡੇ ਵਰਗਿਆਂ ਨੂੰ, ਮੈਨੂੰ ਅੱਜ ਤਾਈਂ ਮੇਰੀ ਰਾਇਲਟੀ ਦਾ ਅੱਜ ਤਾਈਂ ਮੈਨੂੰ ਪਤਾ ਨਹੀਂ ਚੱਲਿਆ। ਆਈ ਥਿੰਕ ਆਪਾਂ ਲਾਈਵ ਆ ਚੁੱਕੇ ਹਾਂ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਲਵ ਯੂ, ਤੁਸੀਂ ਇੰਨਾ ਪਿਆਰ ਕਰਦੇ ਹੋ, ਕੀ ਬਾਤ ਹੈ। ਤੇ ਲਵ ਯੂ ਵੀਰੇ, ਲਵ ਯੂ, ਲਵ ਯੂ। ਸੋ ਹੁਣ ਆਪਾਂ ਗੱਲ ਕਰਨ ਲੱਗੇ ਆ, ਇੱਕ ਜ਼ਰੂਰੀ ਗੱਲ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਿਆ। ਤਾਂ ਸਾਰੇ ਇਸ ਚੀਜ਼ ਨੂੰ ਗੌਰ ਨਾਲ ਸੁਣਿਓ, ਸਾਰੇ ਵੀਰ ਸੁਣਿਓ। ਹੁਣ ਇੱਕ ਤੁਹਾਨੂੰ ਮੈਂ ਜਿਹੜੇ ਇੰਡਸਟਰੀ 'ਚ ਹੈਗੇ ਆ ਸਿੰਗਰ ਭਰਾ, ਮੈਂ ਲਗਭਗ ਸਭ ਨਾਲ ਇਹ ਗੱਲ ਸਾਂਝੀ ਕਰ ਚੁੱਕੇ ਆ। ਮੈਨੂੰ ਲੱਗਦਾ ਇੰਡਸਟਰੀ 'ਚ ਕੋਈ ਜਿਹੜਾ ਸਿੰਗਰ ਭਰਾ ਹੋਊਗਾ ਜਿਹਨੂੰ ਮੈਂ ਫੋਨ ਨਹੀਂ ਕਰਿਆ, ਅੱਧਾ ਘੰਟਾ ਮੈਂ ਗੱਲ ਸਾਰਿਆਂ ਨਾਲ ਕਰੀ ਹੈ ਹਨਾ। ਐਕਚੁਅਲ 'ਚ ਮੈਂ ਸਾਰੀ ਰਾਤ ਦਾ ਸੁੱਤਾ ਨਹੀਂਗਾ, ਕਿਉਂਕਿ ਮੈਨੂੰ ਹਨਾ ਐਕਚੁਅਲ 'ਚ ਸਾਡੀ ਜਦੋਂ ਕਿਸਾਨੀ ਦਾ ਮਸਲਾ ਪੈਂਦਾ ਉਦੋਂ ਕਲਾਕਾਰ ਆਉਂਦੇ ਅੱਗੇ ਹਨਾ, ਰਾਈਟ। ਕਈ ਇਦਾਂ ਦੇ ਮੁੱਦੇ ਆ। ਸਾਡੇ ਪੰਜਾਬ ਜਿਹੜਾ ਹੈਗਾ, ਜਾਂ ਸਾਡਾ ਕਲਾਕਾਰਾਂ ਨੂੰ ਇੰਨੀ ਕੁ ਅਹਿਮੀਅਤ ਦਿੰਦੇ ਆ ਅਸੀਂ, ਜਾਂ ਉਹ ਸਾਡੇ ਬੜੇ ਦੁੱਖ ਸੁੱਖ 'ਚ ਨਾਲ ਹੁੰਦੇ ਆ। ਬਟ ਇੱਕ ਦੁੱਖ ਕਲਾਕਾਰਾਂ ਦਾ, ਤੁਹਾਡੇ ਨਾਲ ਮੈਂ ਕਈ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਅੱਜ। ਲੋਕਡਾਊਨ ਲੱਗਣ ਤੋਂ ਪਹਿਲਾਂ ਦੱਸਦੇ ਆ, ਉਦੋਂ ਤੱਕ ਤੁਹਾਨੂੰ ਬੜੇ ਭਰਾਵਾਂ ਨੂੰ ਜਿਹੜੇ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਹੋਣਾ ਹੈਗਾ ਕਿ ਫਿਲਟਰ ਨਹੀਂ ਲਾਉਣਾ ਸੀ। ਇਹ ਕਿੱਥੋਂ ਬੰਦ ਹੋਊਗਾ ਫਿਲਟਰ, ਦੱਸੋ ਮੈਨੂੰ। ਚਲੋ ਛੱਡੋ, ਕੋਈ ਚੱਕਰ ਨਹੀਂ ਫਿਲਟਰਾਂ ਦਾ ਹਨਾ। ਇਹ ਬੰਦ ਕਰੂੰਗਾ ਜਿੰਨੇ ਚਿਰ 'ਚ ਗੱਲ ਭੁੱਲ ਜਾਊਂਗਾ ਮੈਂ। ਗੱਲ ਕਰਦੇ ਆਪਾਂ, ਛੱਡੋ। ਤੇ ਮੇਨ ਜ਼ਰੂਰੀ ਨਹੀਂਗਾ ਕਿ ਤੁਸੀਂ ਮੈਨੂੰ ਦੇਖੋ, ਮੇਰੀ ਗੱਲ ਸੁਣੋ, ਇਹ ਜ਼ਰੂਰੀ ਹੈ ਹਨਾ, ਕਿ ਜਿਹੜੀ ਮੈਂ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ। ਅਸਲ ਦੇ ਵਿੱਚ ਗੱਲ ਜੋ ਹੈਗੀ ਆ ਉਹ ਇਹ ਆ ਵੀਰੇ, ਕਿ ਜਦੋਂ ਲੋਕਡਾਊਨ ਲੱਗ ਰਿਹਾ ਸੀ ਪਿਛਲਾ, ਉਦੋਂ ਤੁਹਾਡੇ ਭਰਾ ਦੇ ਇਹ ਹਾਲਾਤ ਸੀਗੇ ਐਕਚੁਅਲ 'ਚ ਕਿ ਯਾਰ ਗਾਣੇ ਉਦੋਂ ਤੱਕ ਮੇਰੇ ਬੜੇ ਆ ਚੁੱਕੇ ਸੀ, 6-7 ਗਾਣੇ ਆ ਚੁੱਕੇ ਸੀ, ਮੈਨੂੰ ਉਹਨਾਂ ਦਾ ਇੱਕ ਪੈਸਾ ਨਹੀਂ ਆਇਆ ਸੀਗਾ। ਗੁਲਜ਼ਾਰ ਸਾਹਿਬ ਨੇ ਐਜ ਏ ਰਾਈਟਰ ਗੱਲ ਕਰ ਰਹੇ, ਮੈਂ ਐਜ ਏ ਰਾਈਟਰ, ਐਜ ਏ ਸਿੰਗਰ ਵੀ ਉਦੋਂ ਮੇਰੇ ਆਏ ਸੀ। ਉਹ ਤਾਂ ਸਾਰੇ ਆਪ ਦੀ ਮੈਂ ਲਿਖੇ ਗਾਉਂਦਾ ਹੁੰਦਾ ਸੀਗਾ। ਬਟ ਉਦੋਂ ਕੀ ਸੀਨ ਹੁੰਦਾ, ਸਾਡੇ ਖਰਚੇ ਬੜੇ ਹੁੰਦੇ ਆ ਸਿੰਗਰਾਂ ਦੇ, ਰਾਈਟਰਾਂ ਦੇ ਹਨਾ। ਪਰਸਨਲ ਲਾਈਫ 'ਚ ਸਾਡਾ ਇਨਕਮ ਦਾ ਸੋਰਸ ਕੀ ਹੁੰਦਾ, ਉਦੋਂ ਤੱਕ ਸਾਡਾ ਜ਼ੀਰੋ ਹੈ। ਅੱਜ ਵੀ ਇੱਕ ਰੋਇਲਟੀ ਆਉਂਦੀ ਹੈ। ਮੈਂ ਜਿਹੜੇ ਰਾਈਟਰ ਤੁਸੀਂ ਵੀਰ ਭਰਾ ਦੇਖ ਰਹੇ ਹੋ, ਸਿੰਗਰ ਸੁਣ ਰਹੇ ਹੋ ਮੇਰੀ ਗੱਲ ਨੂੰ ਹਨਾ, ਮਿਊਜ਼ਿਕ ਲਾਈਨ ਨਾਲ ਜੁੜੇ ਜਿੰਨੇ ਵੀਰ ਭਰਾ ਸੁਣ ਰਹੇ ਹੋ, ਸਾਰਿਆਂ ਲਈ ਇਹ ਗੱਲ ਹੈਗੀ ਹੈ। ਜਾਂ 2 ਮਿੰਟ ਗੱਡੀ ਰੋਕ ਲਈ, ਆਪਣੀ ਆਵਾਜ਼ ਆਉਂਦੀ ਹੋਣੀ, ਤਾਂ ਉਹਦੀ ਇੱਕ ਰੋਇਲਟੀ ਆਉਂਦੀ ਹੈਗੀ ਹੈ, ਜਿਹੜੀ ਰਾਈਟਰਾਂ ਨੂੰ ਵੀ ਆਉਂਦੀ ਹੈ, ਸਿੰਗਰਾਂ ਨੂੰ ਵੀ ਆਉਂਦੀ ਹੈ, ਕੰਪੋਜ਼ਰਾਂ ਨੂੰ ਵੀ ਆਉਂਦੀ ਹੈਗੀ ਹੈ, ਕੰਪਨੀ ਨੂੰ ਤਾਂ ਓਬਵੀਅਸਲੀ ਆਉਂਦੀ ਹੈਗੀ ਹੈ। ਕਿਉਂਕਿ ਬਾਬੇ ਨੇ ਇੰਨੇ ਸੋਹਣੇ ਦਿਨ ਦਿੱਤੇ ਆ, ਫਿਰ ਕਿਹੜੀਆਂ ਗੱਲਾਂ ਦੇ ਓਹਲੇ ਰੱਖੀਏ, ਕਿਹੜੀਆਂ ਗੱਲਾਂ ਦੇ ਪਰਦੇ ਰੱਖੀਏ, ਕਿਹੜੀਆਂ ਗੱਲਾਂ ਦੇ ਓਹਲੇ ਰੱਖੀਏ।
ਮੈਂ ਆ ਦਿਨਾਂ 'ਚ ਬੜੀਆਂ ਚੀਜ਼ਾਂ ਇਦਾਂ ਸੋਚਦਾ ਕਿ ਮੈਂ ਚਾਹੁੰਦਾ ਕਿ ਮੇਰੇ ਸਰੋਤਿਆਂ ਨਾਲ ਮੈਂ ਬੜਾ ਕਲੀਨ ਚੱਲਾਂ, ਜਿੱਥੇ ਆ ਮਾੜਾ ਹੋਇਆ ਫਿਰ ਹਨਾ, ਕਿ ਕਿਸੇ ਨਾਲ ਨਾ ਹੋਵੇ, ਅਸੀਂ ਸਿੱਧੇ ਹੋ ਜਾਈਏ ਹਨਾ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਿਆ ਧਿਆਨ ਨਾਲ ਸੁਣਿਓ। ਲੋਕਡਾਊਨ ਦੇ ਵਿੱਚ ਹਾਲਾਤ ਇਹ ਸੀ ਕਿ ਤੁਹਾਡਾ ਭਰਾ ਸੁਸਾਈਡ ਤੇ ਸੀਗਾ, ਤੁਹਾਡਾ ਭਰਾ ਸੁਸਾਈਡ ਤੇ ਸੀਗਾ। ਇੱਕ ਪੈਰ ਪੱਟਿਆ ਤੇ ਸੁਸਾਈਡ ਸੀਗਾ, ਪਰ ਪੱਟਿਆ ਨਹੀਂਗਾ ਵਾਪਸ ਮੁੜਿਆ ਏ ਆਪਾਂ ਵਾਪਸ ਮੁੜਿਆ ਏ ਉੱਥੋਂ। ਪਰ 500-700 ਸ਼੍ਰੀ ਬਰਾੜ ਅੱਜ ਦਿਨੇ ਬੈਠਾ ਸੋਚ ਰਿਹਾ ਹੋਊਗਾ ਕਿ ਯਾਰ ਸੁਸਾਈਡ ਕਰਕੇ ਸਭ ਕੁਝ ਖਤਮ ਕਰ ਲਈਏ। 500-700 ਰਾਈਟਰ ਇੱਥੇ ਬੈਠੇ, ਸਿੰਗਰ ਬੈਠੇ ਸੋਚ ਰਹੇ ਹੋਣੇ ਯਾਰ ਖਤਮ ਹੋ ਗਿਆ ਸਭ ਕੁਝ। ਕਈਆਂ ਨੇ ਪੁਰਾਣੇ ਗਾਣੇ ਵੀ ਹਿੱਟ ਦੇ ਤੇ। ਇੱਕ ਮੇਰਾ ਭਰਾ ਦਾ ਮੈਨੂੰ ਨਾਮ ਯਾਦ ਆਉਂਦਾ, ਮੈਂ ਕਿਤੇ ਜ਼ਿੰਦਗੀ 'ਚ ਮਿਲਿਆ ਨਹੀਂ, ਬਟ ਮੈਨੂੰ ਹਨਾ ਜੋ ਬੰਦਾ ਲਿਖਦਾ ਗਾਉਂਦਾ ਉਹਦਾ ਬੜਾ ਪਿਆਰ ਹੈ। ਉਹਦਾ ਨਾਮ ਸੀ ਦੀਪ ਕਾਕੋਵਾਲੀਆ, ਜਿਹੜੇ ਵੀਰ ਨੇ ਲਿਖੇ ਤੁਣਕਾ ਤੁਣਕਾ ਕਰਕੇ ਗੱਡੀ ਚੜ੍ਹਦੀ ਹੁੰਦੀ ਹੈ ਹਨਾ, ਗੁੱਡੀ ਚੜ੍ਹਦੀ ਹੁੰਦੀ ਹੈ। ਤੇ ਉਹ ਗਾਣਾ ਜਿਹੜੇ ਭਰਾ ਨੇ ਲਿਖਿਆ ਸੀਗਾ, ਜਿਹੜੇ ਭਰਾ ਨੇ ਉਹ ਗਾਣਾ ਲਿਖਿਆ ਸੀ, ਉਹਨੇ ਸੁਸਾਈਡ ਕੀਤਾ। ਕਿਉਂ ਕੀਤਾ? ਉਹਦਾ ਇੰਨਾ ਗਾਣਾ ਚੱਲ ਚੁੱਕਿਆ ਸੀ, ਉਹਦੇ ਕੋਲ ਇੱਕ ਵੀ ਪੈਸਾ ਨਹੀਂ ਆਇਆ, ਇੱਕ ਵੀ ਪੈਸਾ ਨਹੀਂ ਆਇਆ। ਉਹਦੇ ਰੈਵਨਿਊ ਨਹੀਂ ਆਇਆ ਹੋਣਾ। ਜੇ ਰੈਵਨਿਊ ਆਉਂਦਾ ਤਾਂ ਉਹਨੂੰ ਪਤਾ ਹੁੰਦਾ ਕਿ ਤੇਰੀ ਕਾਬਲੀਅਤ ਕੀ ਹੈ ਭਰਾ, ਤੇ ਤੂੰ ਪੈਸਾ ਤੈਨੂੰ ਆ ਰਿਹਾ ਤੇਰੇ ਗਾਣੇ ਚੱਲਦੇ। ਜਦੋਂ ਰਾਈਟਰ ਸੁਸਾਈਡ ਕਰ ਰਹੇ ਕਿੰਨੇ ਜ਼ਿਆਦਾ, ਕਿਉਂ ਕਰਨ? ਸਾਡਾ ਇਨ ਫਿਊਚਰ ਜਿਹੜਾ ਸਾਡਾ ਫਿਊਚਰ ਹੈਗਾ ਉਹ ਸਿਕਿਉਰ ਕਿਵੇਂ ਹੋਊਗਾ? ਸਿੰਗਰ ਹੈਗੇ ਆ, ਰਾਈਟਰ ਹੈਗੇ ਆ, ਸਾਡਾ ਫਿਊਚਰ। ਗੁਲਜ਼ਾਰ ਸਾਹਿਬ ਨੇ ਇੱਕ ਕੇਸ ਜਿੱਤਿਆ ਸੀ ਇਸ ਚੀਜ਼ ਲਈ ਕਿ ਐਕਚੁਅਲ 'ਚ ਜਿੰਨੇ ਰਾਈਟਰ ਹੈਗੇ ਆ, ਕੰਪੋਜ਼ਰ ਹੈਗੇ, ਮਿਊਜ਼ਿਕ ਕਰਦੇ ਆ, ਇਹਨਾਂ ਦਾ ਫਿਊਚਰ ਤਾਂ ਕੁਝ ਵੀ ਨਹੀਂਗਾ, ਫਿਊਚਰ ਹੀ ਕੁਛ ਨਹੀਂਗਾ ਇਹਨਾਂ ਦਾ। ਇਨ ਫਿਊਚਰ ਇਹ ਖਾਣਗੇ ਕੀ? ਇਹਨਾਂ ਦੇ 2-4 ਹਰ ਕਲਾਕਾਰ ਕੋਲੇ ਸਾਲ 2 ਸਾਲ ਇਨਕਮ ਦੇ ਹੁੰਦੇ ਆ, ਕਈਆਂ ਕੋਲੇ 6 ਮਹੀਨੇ ਸਾਲ ਹੀ ਹੁੰਦਾ ਹੈ। ਉਦੋਂ ਬਾਅਦ ਦੇ ਵਿੱਚ ਜਦੋਂ ਕੰਮ ਨਹੀਂ ਚੱਲਦਾ ਤਾਂ ਉਦੋਂ ਬਾਅਦ 'ਚ ਕੀ ਖਾਣ? ਜਿਹੜੀ ਉਹਨਾਂ ਦੀ ਰਾਇਲਟੀ ਆ ਉਹ ਕੌਣ ਖਾਂਦਾ ਹੈਗਾ? ਉਹ ਬੰਬੇ ਬੈਠੇ ਲੋਕ ਖਾ ਜਾਂਦੇ ਆ, ਕੰਪਨੀਆਂ ਖਾਈ ਜਾਂਦੀਆਂ। ਹੁਣ ਪ੍ਰੋਬਲਮ ਇਹ ਹੈ ਮੈਨੂੰ ਕਿ ਉਹ ਕਿਉਂ ਖਾ ਰਹੇ ਆ। ਉਹਨਾਂ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਹੈ ਜਿਹੜੇ ਜੇਬਾਂ 'ਚ ਸੁਸਾਈਡ ਨੋਟ ਪਾਈ ਫਿਰਦੇ ਹੈਗੇ ਆ। ਹਜ਼ਾਰਾਂ ਲੋਕ ਹੈ ਜਿਹੜੇ ਇੰਨੀ ਮਿਹਨਤ ਕਰਕੇ ਵੀ, ਇੰਨੇ ਸੋਹਣੇ ਗੀਤ ਬਣਾ ਕੇ ਵੀ ਅੱਜ ਭੁੱਖੇ ਮਰਨ ਦੀ ਕਗਾਰ ਤੇ, ਕਿਉਂਕਿ ਉਹਨਾਂ ਦਾ ਪੈਸਾ ਜਿਹੜਾ ਹੱਕ ਹੈਗਾ, ਕਾਨੂੰਨੀ ਤੌਰ ਤੇ ਹੱਕ ਹੈਗਾ, ਉਹ ਲੋਕ ਖਾ ਰਹੇ ਆ। ਇੱਥੋਂ ਅਸੀਂ ਆਪਦੀ ਰਾਇਲਟੀ ਲਈ, ਸਾਡੇ ਕੋਲ ਇਦਾਂ ਇੰਨਾ ਵੀ ਕੁਝ ਚੰਗਾ ਹੈ ਨਹੀਂਗਾ ਸਿਸਟਮ ਕਿ ਜਾ ਕੇ ਕਿਸੇ ਬੰਦੇ ਨੂੰ ਕਹਿ ਸਕੀਏ ਵੀ ਸਾਡੀ ਰਾਇਲਟੀ ਜਿਹੜੀ ਆਉਂਦੀ ਕਿੱਥੋਂ ਲੈ ਲਈਏ। ਅੱਜ ਅਸੀਂ ਵਧੀਆ ਨਾਮ ਹੋਏ ਪਏ, ਸਾਰਾ ਸਿਸਟਮ ਹੈਗਾ, ਸਾਡੇ ਕੋਲ ਨਹੀਂ ਪੂਰੀ ਜਾਣਕਾਰੀ ਉਸ ਦੀ ਵੀ ਕਿੱਥੋਂ ਰਾਇਲਟੀ ਆਊਗੀ। ਰਾਇਲਟੀ ਲੈਣ ਲਈ ਅਸੀਂ ਭੱਜਦੇ ਹਾਂ ਕਿਸੇ ਬੰਦੇ ਕੋਲ ਜਿਹੜਾ ਸਾਡਾ ਵਿਚਾਲੇ, ਉਹ ਕਹਿੰਦਾ ਮੈਂ 10% ਰੱਖੂੰਗਾ, 15% ਰੱਖੂੰਗਾ, 20% ਰੱਖੂੰਗਾ, ਤੇ 20% 10% ਜਿਹੜਾ ਕੱਟੀ ਦਾ ਹੈਗਾ ਉਹ ਵੀ ਕਲੀਅਰ ਨਹੀਂ ਹੈ ਕਿ ਉਹ ਭਾਵੇਂ ਤੁਹਾਨੂੰ 50% ਕੱਟ ਕੇ ਹੀ ਦੇ ਰਿਹਾ, ਤੁਹਾਡੇ ਕੋਲੇ ਕੋਈ ਡਿਟੇਲ ਨਹੀਂ। ਤਾਂ ਐਕਚੁਅਲੀ ਉਹਦੇ ਲਈ ਲੜਨਾ ਜ਼ਰੂਰੀ ਹੈ। ਹੋਰ ਵੀ ਸਿੰਗਰਾਂ, ਰਾਈਟਰਾਂ ਦੇ, ਕੰਪੋਜ਼ਰਾਂ ਦੇ, ਜਿੱਥੋਂ ਆਉਂਦਾ ਅਸੀਂ ਕੰਟੈਂਟ YouTube ਨੂੰ ਦਿੰਨੇ, YouTube ਤਾਂ ਚੱਲਦੀ ਹੈ। ਅਸੀਂ ਕੰਟੈਂਟ ਦਿੰਨੇ ਆ, ਇਸ ਨੂੰ iTunes ਨੂੰ ਦਿੰਨੇ ਆ, ਗਾਣੇ ਬਣਾ ਉਹ ਤਾਂ ਚੱਲਦੀਆਂ। ਪਰ ਐਕਚੁਅਲੀ ਉਲਟਾ ਹੋਇਆ ਪਿਆ, ਅਸੀਂ ਉਹਨਾਂ ਦੇ ਮੁਹਤਾਜ ਥੋੜੀ ਹਾਂ ਹਨਾ। ਸਾਡੇ ਇੱਥੋਂ ਦੇ ਰਾਈਟਰ ਕਿਉਂ ਸੁਸਾਈਡ ਤੱਕ ਪਹੁੰਚਣਾ? ਇੱਥੋਂ ਦੇ ਸਿੰਗਰ ਕਿਉਂ ਸੁਸਾਈਡ ਤੱਕ ਜਾਣ? ਜਿਵੇਂ ਕਿਸਾਨਾਂ ਲਈ ਅੱਜ ਫਸਲਾਂ ਸੀ, ਅਸੀਂ ਕਲਾਕਾਰ ਹਾਂ, ਸਾਡੇ ਲਈ ਸਾਡੇ ਗੀਤ ਫਸਲਾਂ ਹੈਗੇ ਆ। ਸਾਡੇ ਗੀਤਾਂ ਦਾ ਪੈਸਾ ਕੋਈ ਹੋਰ ਕਿਉਂ ਖਾਵੇ? ਜੋ ਸਾਡੇ ਹੱਕ ਹੈ ਉਹ ਸਾਡੇ ਤੱਕ ਕਿਉਂ ਨਹੀਂ ਆ ਰਹੇ? ਐਕਚੁਅਲੀ ਉਹ ਸਾਡੇ ਤੱਕ ਆਉਣੇ ਚਾਹੀਦੇ ਹੈਗੇ, ਤਾਂ ਉਸ ਲਈ ਮੈਂ ਸਾਰੇ ਸਿੰਗਰ ਭਰਾਵਾਂ ਨੂੰ ਵੀ ਇੱਥੋਂ ਰਿਕੁਐਸਟ ਕਰਦਾ ਹੈਗਾ ਕਿ ਜਿਨ੍ਹਾਂ ਨੂੰ ਮੈਂ ਕਹਿ ਚੁੱਕਿਆ ਹੈਗਾ ਆਲਰੇਡੀ, ਤਾਂ ਉਹ ਤਾਂ ਹੈ ਹੀ ਹੈ, ਹੋਰ ਵੀ ਸਾਰੇ ਭਰਾਵਾਂ ਨੂੰ ਰਿਕੁਐਸਟ ਕਰਦਾ ਇਹ ਆਪਦੇ ਹੱਕਾਂ ਲਈ ਆਪਾਂ ਜੋ ਵੀ ਮਿਲ ਕੇ ਇੱਕ ਪਰਿਵਾਰ ਵਾਂਗੂ ਜੋ ਕਰ ਸਕਦੇ ਆ, ਖੜ ਸਕਦੇ ਆ, ਇੱਕ ਥਾਂ ਤੇ ਖੜੀਏ। ਜੋ ਸਾਡੇ ਜਿੰਨੇ ਵੀ ਹੱਕ ਹੈਗੇ ਸਿੰਗਰਾਂ ਦੇ, ਕਿ ਆਉਣ ਵਾਲੀਆਂ ਪੀੜ੍ਹੀਆਂ ਘੱਟ ਤੋਂ ਘੱਟ ਸਾਨੂੰ ਇਹ ਨਾ ਕਹਿਣ ਕਿ ਸਾਡੇ ਪਿੱਛੇ ਜਿਹੜੇ ਸਿੰਗਰ ਆਏ ਸੀ, ਰਾਈਟਰ ਆਏ ਸੀ, ਪੜ੍ਹੇ ਲਿਖੇ ਹੋ ਕੇ ਵੀ ਉਹ ਐਡੇ ਪਾਗਲ ਸੀਗੇ ਵੀ ਸਾਡੀ ਜ਼ਿੰਦਗੀ ਦਾ ਨਹੀਂ ਕੁਝ ਬਣਾ ਸਕੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਕਿਉਰ ਕਰ ਜਾਾਂਗੇ ਆਪਾਂ ਜੇ ਅਸੀਂ ਆਪਦੇ ਸਿਰਫ ਹੱਕ ਹੀ ਲੈ ਲਏ ਅੱਜ। ਤਾਂ ਮੈਂ ਤੁਹਾਨੂੰ ਰਿਕੁਐਸਟ ਕਰਦਾ ਹੈਗਾ ਹਰ ਵੀਰ ਭਰਾ ਨੂੰ ਕਿ
ਆਪਣੇ ਆਪਣੇ ਹੱਕਾਂ ਲਈ ਜਿਵੇਂ ਆਪਾਂ ਬੋਲਦੇ ਆ ਤਾਂ ਐਕਚੁਅਲੀ ਸਿੰਗਰ ਰਾਈਟਰ ਜਿੰਨੇ ਮੇਰੇ ਭਰਾ ਹੈਗੇ ਆ ਤਾਂ ਮੈਂ ਲਗਭਗ ਨਾ ਤਾਂ ਮੇਰੀ ਗੱਲ ਹੋਈ ਹੈ ਇਸ ਮੁੱਦੇ ਤੇ ਹਨਾ ਕਿ ਆਪਾਂ ਘੱਟ ਤੋਂ ਘੱਟ ਅੱਜ ਬਚਾ ਲਈਏ ਕਿੰਨੇ ਲੋਕਾਂ ਨੂੰ ਹਨਾ। ਦੇਖੋ ਅੱਜ ਕਿਸੇ ਟਾਈਮ ਮੈਂ ਮਾੜੇ ਟਾਈਮ 'ਚ ਜੇ ਮੰਨ ਲਓ ਸੁਸਾਈਡ ਕਰ ਜਾਂਦਾ ਹਨਾ ਇੰਨੇ ਦੁੱਖਾਂ 'ਚ ਆ ਕੇ ਨਾ ਉਹ ਅੱਜ ਭਾਬੀ ਸੁਣਨਾ ਸੀ ਤੁਸੀਂ ਨਾ ਵੈਲ ਸੁਣਨਾ ਸੀ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਹੋਣਾ ਸੀ ਮੇਰੀ ਜਾਨ ਠੀਕ ਹੈ ਕਿਤੇ ਪਤਾ ਹੀ ਨਹੀਂ ਲੱਗਣਾ ਸੀ ਸਾਨੂੰ ਅਸੀਂ ਕੌਣ ਹੈਗੇ ਆ। ਇਹ ਕਿਤਾਬ ਖੁੱਲਣ ਤੋਂ ਪਹਿਲਾਂ ਹੀ ਬੰਦ ਹੋ ਜਾਣੀ ਸੀਗੀ ਪਰ ਆਪਾਂ ਸਿਸਟਮ ਦੇ ਖਿਲਾਫ ਐਡੇ ਦਿੱਲੀ ਤੱਕ ਲੜੇ ਆ ਤੇ ਇਹ ਤਾਂ ਸਾਡੇ ਲਈ ਕੁਝ ਵੀ ਨਹੀਂ ਅਸੀਂ ਲੜਾਂਗੇ। ਸਾਡੀਆਂ ਆਪਸਰੀ ਮਤਭੇਦ ਵੱਖਰੀਆਂ ਚੀਜ਼ਾਂ ਹੈਗੀਆਂ ਉਹ ਤੋਂ ਉੱਤੇ ਹੋ ਕੇ ਇੱਕ ਦੂਜੇ ਲਈ ਲੜਾਂਗੇ ਉਸ ਤੋਂ ਉੱਤੇ ਹੋ ਕੇ ਬੋਲਾਂਗੇ ਜਿੰਨਾ ਹੋ ਸਕਦਾ ਹੈ ਆਪਾਂ ਰਲ ਮਿਲ ਕੇ ਇਹ ਮੁੱਦੇ ਦਾ ਹੱਲ ਕਰਨਾ ਹੈਗਾ। ਸਾਰੇ ਭਰਾਵਾਂ ਨੇ ਹਨਾ ਮੇਰੇ ਤੋਂ ਸਾਰੇ ਵੱਡੇ ਭਰਾ ਹੈ ਹਨਾ ਤੇ ਮੈਂ ਤਾਂ ਇੰਨਾ ਵੀ ਰੱਖਦਾ ਕਿ ਸਾਰੇ ਮੈਨੂੰ ਛੋਟੇ ਭਰਾ ਨੂੰ ਮੰਨਦੇ ਆ। ਮੈਂ ਤਾਂ ਜਾ ਕੇ ਕਿਸੇ ਦੇ ਪੈਰੀਂ ਹੱਥ ਵੀ ਲਾਉਣੇ ਉਹ ਵੀ ਲਾ ਦੂੰ ਵੀ ਭਰਾ ਅਫਸਰੀ ਮਤਭੇਦ ਛੱਡ ਕੇ ਕੋਈ ਕਿਸੇ ਦਾ ਉਹ ਨਹੀਂਗਾ ਤੁਸੀਂ ਸਾਰੇ ਪਰੇ ਛੱਡ ਕੇ ਨਾਲ ਤੁਰ ਕੇ ਸਾਡੇ ਆਉਣ ਵਾਲੇ ਕਲਾਕਾਰਾਂ ਦਾ ਫਿਊਚਰ ਸਿਕਿਉਰ ਕਰ ਦਈਏ ਤੇ ਆਪਦਾ ਸਿਕਿਉਰ ਕਰ ਦਈਏ। ਐਕਚੁਅਲੀ ਸਾਡਾ ਆਪਦਾ ਹੀ ਨਹੀਂਗਾ ਸਾਨੂੰ ਆਪਦਾ ਹੀ ਨਹੀਂ ਸਿਸਟਮ ਕੋਈ ਪਤਾ ਚੱਲ ਰਿਹਾ। ਆ ਗੱਲਾਂ ਸੀ ਆਈ ਥਿੰਕ ਜਿਹੜੇ ਸਿੰਗਰ ਹੋਣਗੇ ਜਾਂ ਰਾਈਟਰ ਹੋਣਗੇ ਉਹਨਾਂ ਨੂੰ ਸਮਝ ਆ ਚੁੱਕੀਆਂ ਹੋਣੀਆਂ ਤੇ ਮੈਂ ਜਿੰਨੇ ਇੰਡਸਟਰੀ ਹੈ ਸਾਰੀ ਨਾਲ ਮੈਂ ਗੱਲ ਆਲਰੇਡੀ ਵੀ ਕਰ ਚੁੱਕੇ ਤੇ ਕਿਸਾਨੀ ਆਗੂਆਂ ਨਾਲ ਅਸੀਂ ਆਪਦੇ ਉਹਨਾਂ ਨੂੰ ਵੀ ਅਸੀਂ ਹਰ ਗੱਲ ਉਹਨਾਂ ਦੀ ਸਿਰ ਮੱਥੇ ਰੱਖੀ ਹੈ। ਮੈਂ ਅੱਜ ਤੱਕ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਿਆ ਜਾ ਕੇ ਹਨਾ ਜਾਂ ਸਾਨੂੰ ਕੋਈ ਆਪਦਾ ਹੀ ਨਹੀਂ ਮੰਗਿਆ ਕਿ ਸਾਨੂੰ ਕੀ ਚਾਹੀਦਾ ਬਟ ਇੰਡਸਟਰੀ ਦੀ ਸਾਈਡ ਤੋਂ ਮੈਂ ਜ਼ਰੂਰ ਰੱਖਣ ਲੱਗਿਆ ਉਹਨਾਂ ਸਾਹਮਣੇ ਵੀ ਰੱਖ ਰਿਹਾ ਕਿ ਜਿੰਨੇ ਸਿੰਗਰਾਂ ਤੇ ਰਾਈਟਰਾਂ ਦਾ ਪੰਜਾਬ ਦੀ ਇੰਡਸਟਰੀ ਦਾ ਜਿੰਨੇ ਰਾਈਟ ਹੈਗੇ ਜਿੰਨੇ ਹੱਕ ਹੈਗੇ ਉਹਨਾਂ ਨੂੰ ਦਬਾਏ ਜਾਣ ਠੀਕ ਹੈ। ਜਿਵੇਂ ਫਸਲਾਂ ਦੀ ਲੜਾਈ ਹੈ ਐਕਚੁਅਲੀ ਕਲਾਕਾਰ ਵੀ ਸੇਮ ਹੀ ਹੈ। 2 ਨੰਬਰ ਤੇ ਤੁਹਾਨੂੰ ਮੈਂ ਦੱਸਦਾ ਹੈਗਾ ਪੰਜਾਬੀ ਇੰਡਸਟਰੀ ਘੱਟ ਤੋਂ ਘੱਟ 500-700 ਕਰੋੜ ਦਾ ਬਿਜ਼ਨਸ ਕਰਦੀ ਹੋਊਗੀ ਇੱਕ ਸਾਲ 'ਚ ਸ਼ਾਇਦ ਮੈਂ ਘੱਟ ਕਹਿ ਰਿਹਾ ਹਾਂ ਇਸ ਤੋਂ ਜ਼ਿਆਦਾ ਹੀ ਕਰਦੀ ਹੋਣੀ ਹੈ ਠੀਕ ਹੈ ਜੀ। ਐਕਚੁਅਲੀ ਸਿੰਗਰਾਂ ਰਾਈਟਰਾਂ ਤੱਕ ਪੈਸਾ ਕਿੰਨਾ ਪਹੁੰਚਦਾ ਮਸਾਂ 200-250 ਕਰੋੜ ਪਹੁੰਚਦਾ ਹੋਊਗਾ ਅੱਧਾ ਪੈਸਾ ਕਿਸੇ ਨੂੰ ਨਹੀਂ ਪਤਾ ਕਿੱਥੇ ਜਾਂਦਾ ਹੈਗਾ। ਸਾਡੇ ਵਰਗਿਆਂ ਨੂੰ ਮੈਨੂੰ ਅੱਜ ਤਾਈਂ ਮੇਰੀ ਰਾਇਲਟੀ ਦਾ ਅੱਜ ਤਾਈਂ ਮੈਨੂੰ ਪਤਾ ਨਹੀਂ ਚੱਲਿਆ ਅੱਜ ਤਾਈਂ ਨਹੀਂ ਪਤਾ ਕਿ ਕੌਣ ਲੈ ਕੇ ਗਿਆ ਉਹ ਕਿੱਥੇ ਗਈ ਠੀਕ ਹੈ। ਬੜਿਆਂ ਦੀ ਰਾਇਲਟੀ ਵਿਚਾਰਿਆਂ ਦੀ ਸਿੰਗਰਾਂ ਦੀ ਹੋਰ ਹੀ ਲੋਕ ਖਾ ਜਾਂਦੇ ਆ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੇਸ ਕਿੱਥੇ ਲੜੀਏ ਹਨਾ। ਐਕਚੁਅਲੀ ਤੌਰ ਤੇ ਇਹ ਸਮਝਣ ਵਾਲੀਆਂ ਗੱਲਾਂ ਹੈਗੀਆਂ ਤਾਂ ਬਾਬਾ ਮਿਹਰ ਕਰੇ ਜਿੰਨੇ ਭਰਾ ਹੈਗੇ ਆ ਇਹ ਮੈਟਰ ਨਹੀਂ ਕਰਦਾ ਹੁੰਦਾ ਅਸੀਂ ਜਿੱਤਾਂਗੇ ਹਾਰਾਂਗੇ ਕਿਸੇ ਵੀ ਮਸਲੇ 'ਚ ਹਨਾ। ਇਹ ਲੜਾਈ ਸਾਡੀ ਕਿਸੇ ਕੰਪਨੀਆਂ ਨਾਲ ਨਹੀਂ ਕਿਸੇ ਸਿਸਟਮ ਨਾਲ ਨਹੀਂ ਗੀ ਇੱਥੇ ਲੜਾਈ ਸਿਰਫ ਉਸ ਚੀਜ਼ ਨਾਲ ਹੈਗੀ ਹੈ ਕਿਉਂਕਿ ਸ਼੍ਰੀ ਬਰਾੜ ਨਾਮ ਤੋਂ ਮੈਂ ਚੈਨਲ ਲਾ ਲਿਆ ਮੈਂ ਕੰਪਨੀ ਬਣ ਗਿਆ ਤੇ ਸੇਮ ਮੈਂ ਉਹੀ ਕਰਾਂ ਕਿ ਮੈਂ ਹੁਣ ਦੂਜੇ ਸਿੰਗਰਾਂ ਨੂੰ ਮਾਰਨ ਲੱਗ ਜਾ ਮੈਂ ਉਹਨਾਂ ਦਾ ਹੱਕ ਖਾਣ ਲੱਗ ਜਾ ਜਾਂ ਮੈਂ ਜਿਹੜਾ ਮੇਰੇ ਕੋਲੇ ਗਾਣਾ ਲੈ ਕੇ ਉਹਦਾ ਕਿਉਂ ਐਜਾ ਕਰੀਏ ਵੀਰੇ। ਬਾਬੇ ਨੇ ਇੱਥੋਂ ਤਾਈਂ ਬਿਠਾਤੇ ਇੰਨੇ ਕਾਬਲ ਕਰਤੇ ਹੁਣ ਚੈਨਲ ਬੜੀਆਂ ਛੋਟੀਆਂ ਚੀਜ਼ਾਂ ਮੇਰੀ ਜਾਨ ਜਦੋਂ ਤੁਸੀਂ ਬੈਠੇ ਹੋ ਸਾਰੇ ਭਰਾ ਬੈਠੇ ਆ ਆਪਾਂ ਨੇਰ ਪਾ ਦੇਣਾ ਚੈਨਲ ਛੋਟੀਆਂ ਚੀਜ਼ਾਂ ਜੇ ਆਉਣ ਵਾਲੀ ਪੀੜ੍ਹੀ ਦੇ 200-400 ਬੰਦਾ ਹੀ ਬਚਾ ਗਏ ਨਾ ਅਸੀਂ 200-400 ਕਲਾਕਾਰ ਹੀ ਆਪਾਂ ਬਚਾ ਗਏ। ਮੈਂ ਅੱਜ ਵੀ ਗੁਲਜ਼ਾਰ ਸਾਹਿਬ ਦੇ ਮੈਂ ਗਾਣੇ ਜ਼ਿੰਦਗੀ 'ਚ ਮੈਂ ਕਿਤੇ ਭਾਵੇਂ ਉਸ ਦਰਜੇ ਤੇ ਮੈਂ ਨਾ ਕਹਿੰਦਾ ਹੋਵਾਂ ਕਿਤੇ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਜਾਂ ਆਏ ਹੋਵੇਂ ਕਿਉਂਕਿ ਉਹ ਹਿੰਦੀ ਗਾਣੇ ਹਨਾ ਸਾਡੇ ਪੰਜਾਬੀਆਂ ਦੂਜੇ ਪਸੰਦ ਆਉਂਦੇ ਪਰ ਗੁਲਜ਼ਾਰ ਸਾਹਿਬ ਨੇ ਰਾਈਟਰਾਂ ਦੀ ਤੇ ਸਿੰਗਰਾਂ ਦੀ ਲੜਾਈ ਲੜੀ ਸੀਗੀ। ਕੋਰਟ ਨੇ ਇਹ ਆਰਡਰ ਕੀਤਾ ਸੀ ਕਿ ਐਕਚੁਅਲੀ ਰਾਈਟਰਾਂ ਨੂੰ ਤੇ ਰਾਇਲਟੀ ਮੈਂ ਦੱਸ ਦਿਆਂ ਕਿ ਕੀ ਹੁੰਦੀ ਹੈ ਜਿਹੜੀ ਉਹ ਕੇਸ ਸੀਗਾ। ਸਿੰਗਰ ਹੁੰਦਾ ਜਿਵੇਂ ਅੱਜ ਮੈਂ ਸਿੰਗਰ ਹੈਗਾ ਮੰਨ ਲਓ ਤਾਂ ਮੈਂ ਲਾਈਵ ਸ਼ੋਅ ਲਾ ਕੇ ਪੈਸਾ ਕਮਾ ਸਕਦਾ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝ ਆਊਗੀ ਗੱਲ। ਜਿਹੜਾ ਮਿਊਜ਼ਿਕ ਡਾਇਰੈਕਟਰ ਹੈ ਉਹ ਵਿਚਾਰਾ 50,000 ਲੱਖ ਰੁਪਏ ਲੈ ਕੇ ਮਿਊਜ਼ਿਕ ਕਰ ਦਿੰਦਾ 2 ਲੱਖ ਲੈ ਕੇ ਮਿਊਜ਼ਿਕ ਕਰ ਦਿੰਦਾ ਉਦੋਂ ਬਾਅਦ ਚ ਇਨ ਫਿਊਚਰ ਉਹ ਕੁਝ ਨਹੀਂ ਕਮਾਉਂਦਾ। ਜੇ ਉਹਨੇ ਜ਼ਿੰਦਗੀ 'ਚ 10 ਗਾਣੇ ਹਿੱਟ ਦਿੱਤੇ ਹਿੱਟ ਗਾਣੇ ਤੁਸੀਂ
ਚੈੱਕ ਕਰੋਗੇ ਕਿਸੇ ਦੀ ਜ਼ਿੰਦਗੀ 'ਚ 10 ਗਾਣੇ ਕਲਾਕਾਰ ਦੇ ਜੇ ਹਿੱਟ ਨਹੀਂ ਹੋਣੇ ਵੱਡੇ ਤੋਂ ਵੱਡੇ ਦੇ ਤੇ ਹਨਾ, ਬਹੁਤ ਘੱਟ ਲੋਕਾਂ ਨੂੰ ਇਹ ਜਿਹਾ ਮੁਕੱਦਰ ਮਿਲਦਾ ਕਿ ਸਾਰੇ ਗਾਣੇ ਹਿੱਟ ਜਾਣ ਜਾਂ ਏਦਾਂ। ਤਾਂ ਉਹ ਵਿਚਾਰਾ 뮤직 ਡਾਇਰੈਕਟਰ ਵੱਧ ਤੋਂ ਵੱਧ 20 ਗਾਣੇ ਸਾਰੀ ਉਮਰ 'ਚ ਕਰ ਲੂਗਾ ਹਿੱਟ, 30 ਕਰ ਜੂਗਾ। ਉਦੋਂ ਬਾਅਦ 'ਚ ਕੀ ਹੈ, ਬੁਢਾਪੇ 'ਚ ਉਹਦਾ ਸਹਾਰਾ ਕੌਣ ਹੈ? ਇੱਕ ਰਾਈਟਰ ਨੇ 150 ਗਾਣੇ ਲਿਖੇ, ਵੱਧ ਤੋਂ ਵੱਧ 200 ਗਾਣੇ ਲਿਖਿਆ, ਉਹਨਾਂ 'ਚੋਂ ਇਨਕਮ ਕੀ ਕੱਢੂਗਾ ਉਹ? ਕਿਉਂਕਿ ਸਟਾਰਟਿੰਗ ਦੇ ਗਾਣੇ ਤਾਂ ਪੈਸਾ ਹੀ ਨਹੀਂ ਮਿਲਦਾ, ਸਟਾਰਟਿੰਗ ਦੇ ਟਾਈਮ ਪੈਸਾ ਨਹੀਂ ਮਿਲਦਾ, ਨਾ 뮤직 ਡਾਇਰੈਕਟਰਾਂ ਨੂੰ ਬੜਿਆਂ ਨੂੰ ਮਿਲਦਾ, ਕਿਉਂਕਿ ਅਸੀਂ ਸਟਰਗਲਰ ਹੁੰਨੇ ਆ। ਜਦੋਂ ਸਾਡਾ ਟਾਈਮ ਹੁੰਦਾ ਉਦੋਂ ਸਿਫਾਰਸ਼ਾਂ 'ਚ ਸਿਸਟਮ ਚੱਲੀ ਜਾਂਦਾ, ਅਸੀਂ ਇੱਧਰ ਤੁਰ ਪਏ ਉੱਧਰ ਤੁਰ ਪਏ, ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਲ ਲੰਘ ਗਿਆ ਕਾਮਯਾਬੀ ਦਾ, ਹਨਾ। ਹੁਣ ਐਕਚੁਅਲੀ 'ਚ ਰਾਇਲਟੀ ਉਹ ਚੀਜ਼ ਹੈ ਕਿ ਜਿੱਥੇ ਜਿੱਥੇ ਗਾਣਾ ਪਲੇ ਹੋ ਰਿਹਾ ਉਹ ਸਾਰੀ ਉਮਰ ਉਹਦਾ ਰੈਵਨਿਊ, ਜੋ ਪੈਸਾ ਉਹਦਾ ਆਉਂਦਾ YouTube ਤੋਂ, ਆਡੀਓ ਸਾਈਟਾਂ ਤੋਂ, ਠੀਕ ਹੈ, ਉਹ ਸਾਰਾ ਪੈਸਾ ਕੌਣ ਖਾਣ ਲੱਗ ਜਾਂਦਾ ਜਾਂ ਕਿਹਦੇ ਕੋਲ ਜਾਣ ਲੱਗ ਜਾਂਦਾ? ਉਹ ਜਾਂਦਾ ਕੰਪਨੀ ਕੋਲ, ਜਿਹੜੀ ਕੰਪਨੀ 'ਚ ਗਾਣਾ ਆਇਆ ਹੁੰਦਾ। ਜਿਹੜਾ ਰਾਈਟਰ ਤੇ ਕੰਪੋਜ਼ਰ ਦਾ ਹੈਗਾ ਉਹ ਵੀ ਕੀ ਕਰ ਜਾਂਦੀਆਂ, ਕੰਪਨੀਆਂ ਰੱਖ ਜਾਂਦੀਆਂ। ਮੰਨ ਲਓ ਅੱਜ ਮੇਰੇ ਕੋਲੇ ਕੋਈ ਸਿੰਗਰ ਗਾਣਾ ਕਰ ਗਿਆ ਮੇਰੇ ਚੈਨਲ ਤੇ, ਸ਼੍ਰੀ ਬਰਾੜ ਤੇ, ਉਹਦਾ ਜਿਹੜਾ ਕੰਪੋਜ਼ਰ ਦਾ ਉਹ ਵੀ ਮੈਂ ਰੱਖ ਜਾਂ, ਰਾਈਟਰ ਦਾ ਮੈਂ ਵੀ ਰੱਖ ਜਾਂ। ਹਾਲਾਂਕਿ ਇਹ ਰਾਈਟ ਨਹੀਂ, ਪਰ ਮੈਂ ਇੱਕ ਤਰੀਕੇ ਨਾਲ ਪਾਗਲ ਬਣਾ ਕੇ ਉਹਨੂੰ ਮੈਂ ਰੱਖ ਸਕਦਾ ਹਾਂ, ਜਾਂ ਮੈਂ ਸਾਈਨ ਹੀ ਐਵੇਂ ਝੂਠਾ ਕਰਤਾ ਕਿ ਇਦਾਂ ਸਾਈਨ ਹੈਗਾ, ਇਹ ਐਗਰੀਮੈਂਟ ਹੈ, ਤੇ ਐਂ ਕਰਕੇ ਵੀ ਮੇਰੇ ਕੋਲੇ ਰਾਈਟ ਹੈ। ਐਕਚੁਅਲੀ ਰਾਈਟ ਹੀ ਨਹੀਂ ਲੈ ਸਕਦਾ ਕੋਈ, ਜੇ ਰਾਈਟ ਲੈਂਦਾ ਉਹ ਵੀ ਜੁਰਮ ਹੈ ਇੱਕ ਤਰੀਕੇ ਨਾਲ। ਤਾਂ ਕੰਪੋਜ਼ਰ ਤੇ ਰਾਈਟਰ ਹੈਗੇ ਜਾਂ ਸਿੰਗਰ ਵੀ ਹੈਗੇ ਆ, ਉਹਨਾਂ ਦਾ ਇਹ ਬੜਾ ਸਾਰਾ ਜਿਹੜਾ ਪੈਸਾ ਹੈ, ਜਿਹੜਾ ਇਨ ਫਿਊਚਰ ਉਹਨਾਂ ਦੇ ਕੰਮ ਆਉਣਾ ਹੁੰਦਾ, ਉਹ ਖਤਮ ਹੋ ਜਾਂਦਾ, ਉਹ ਲੋਕ ਹੀ ਖਾ ਜਾਂਦੇ ਆ। ਤੇ ਇਨ ਫਿਊਚਰ ਉਹ ਦੋ ਪੈਸਿਆਂ ਲਈ ਦੇਖਣਾ ਪੈਂਦਾ ਲੋਕਾਂ ਦੇ ਹੱਥਾਂ ਨੂੰ। ਤੇ ਇੱਕ ਦਿਨ ਇਦਾਂ ਦਾ ਆਉਂਦਾ, ਟਾਈਮ ਦਾ ਕੋਈ ਪਤਾ ਨਹੀਂ ਲੱਗਦਾ ਵੀਰੇ। ਅੱਜ ਗਾਈ ਜਾਂਦੇ ਆ, ਕੱਲ ਨੂੰ ਨਾ ਗਾਇਆ ਜਾਵੇ, ਚੰਗੇ ਭਲੇ ਆ, ਕੱਲ ਨੂੰ ਨਾ ਲਿਖਿਆ ਜਾਵੇ, ਨਾ ਗਾਣਾ ਚੱਲੇ, ਛੋਟੀ ਗੱਲ ਹੈ ਨਾ ਚੱਲਣਾ ਛੋਟੀ ਗੱਲ ਹੈ। ਕੱਲ ਨੂੰ ਮਾੜਾ ਟਾਈਮ ਆ ਗਿਆ ਤਾਂ ਕੋਈ ਵੀ ਸਿੰਗਰ ਹੈ, ਕੋਈ ਵੀ ਰਾਈਟਰ ਹੈ, ਕੀ ਉਦੋਂ ਕਿੱਥੇ ਜਾਓਗੇ ਫਿਰ? ਉਦੋਂ ਤੁਹਾਡਾ ਪੈਸਾ ਜਿਹੜਾ ਕੰਪਨੀਆਂ ਖਾ ਚੁੱਕੀਆਂ, ਤੁਹਾਡੇ ਕੋਲੇ ਐਕਚੁਅਲੀ ਇੰਡਸਟਰੀ 'ਚ ਕੋਈ ਵੀ ਇਦਾਂ ਦਾ ਹੈ ਨਹੀਂਗਾ ਇੱਕ ਥਾਂ ਜਿੱਥੇ ਜਾ ਕੇ ਅਸੀਂ ਸਿਰ ਰੱਖਦੀ ਕਿ ਮੇਰੇ ਨਾਲ ਇੱਥੇ ਧੱਕਾ ਹੋ ਗਿਆ, ਮੇਰੇ ਨਾਲ ਖੜ ਜਾਓ, ਕੋਈ ਨਹੀਂਗਾ। ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਇਦਾਂ ਦਾ ਰਾਹ ਕੱਢਣਾ ਪੈਣਾ ਕਿ ਜਿੱਥੇ ਜਿੰਨੀ ਰਾਇਲਟੀ ਪੰਜਾਬੀ ਇੰਡਸਟਰੀ ਦੀ ਜਾਂ ਸਾਡੀ ਆਉਂਦੀ ਹੈਗੀ ਹੈ, ਇੱਕ ਥਾਂ ਹੋਊਗਾ ਜਿੱਥੋਂ ਡਾਇਰੈਕਟ ਤੌਰ ਤੇ ਕਿ ਸਾਨੂੰ ਜਿੰਨਾ ਪੈਸਾ ਆਉਂਦਾ, ਚਾਹੇ ਅਸੀਂ ਗੁਲਜ਼ਾਰ ਸਾਹਿਬ ਨਾਲ ਵੀ ਮੈਂ ਗੱਲ ਕਰਦਾ ਬੰਬੇ ਕਿ ਉਹਨਾਂ ਨਾਲ ਵੀ ਡਾਇਰੈਕਟ ਮੀਟਿੰਗ ਹੁੰਦੀ ਹੈ ਤਾਂ ਅਸੀਂ ਉਹ ਵੀ ਰੱਖਾਂਗੇ। ਜੋ ਪੈਸਾ ਬੰਬੇ ਤੋਂ ਜਿਹੜਾ ਸਾਡੀ ਇੰਡਸਟਰੀ ਨੂੰ ਰਾਇਲਟੀ ਦਾ ਆਉਣਾ, ਕੋਈ ਕੰਪਨੀ ਜਾਂ ਵਿਚਾਲੇ ਕੋਈ ਬੰਦਾ ਨਹੀਂ ਖਾਊਗਾ, ਉਹਨੂੰ ਸਿੱਧਾ ਰਾਈਟਰਾਂ ਨੂੰ ਮਿਲੂਗਾ। ਚਾਹੇ ਉਹਦੇ ਲਈ ਸਾਡੇ ਪੈਸੇ ਲੱਗਦੇ, ਪੱਲਿਓਂ ਪੈਸੇ ਲੱਗਦੇ ਹੋਏ ਉਹ ਚੀਜ਼ ਕਰਾਉਣ ਲਈ, ਤਾਂ ਉਹ ਕਰਾਉਣ ਲਈ ਤਿਆਰ ਬੈਠੇ, ਉਹ ਕਰਾਵਾਂਗੇ। ਬਟ ਇੰਨੀਆਂ ਚੀਜ਼ਾਂ ਕਰਕੇ ਅਸੀਂ ਆਉਣ ਵਾਲੇ ਟਾਈਮ ਦੀ ਇੰਡਸਟਰੀ, ਆਉਣ ਵਾਲੇ ਟਾਈਮ ਦੇ ਕਲਾਕਾਰਾਂ ਨੂੰ ਬਚਾ ਲਾਂਗੇ। ਇਹ ਉਹੀ ਕਲਾਕਾਰ ਹੈ, ਯਾਦ ਰੱਖਿਓ, ਜਿਹੜੇ ਕਿਸਾਨੀ ਧਰਨੇ 'ਚ ਸਾਡੇ ਨਾਲ ਖੜਦੇ ਆ। ਇਹ ਉਹੀ ਕਲਾਕਾਰ ਹੈ ਜਿਹੜੇ 25% ਟੈਕਸ ਪੰਜਾਬ ਨੂੰ ਦਿੰਦੇ ਆ। ਹਾਲਾਂਕਿ ਪੰਜਾਬ ਸਰਕਾਰ ਨੂੰ ਇਸ ਲਈ ਕੁਝ ਕਰਨਾ ਚਾਹੀਦਾ ਹੈ, ਪੰਜਾਬ ਦੀ ਹਰ ਥਾਂ ਤੇ ਸਾਡੇ ਸਿੰਗਰ ਭਰਾ ਸਾਰੇ ਖੜਦੇ, ਬਟ ਅੱਜ ਤਾਈਂ ਮੈਨੂੰ ਲੱਗਦਾ ਸਰਕਾਰਾਂ ਨੇ ਕੋਈ ਚੰਗੇ ਕਦਮ ਨਹੀਂ ਚੱਕੇ ਕਲਾਕਾਰਾਂ ਲਈ, ਕੁਝ ਨਹੀਂ ਕੀਤਾ ਇੰਨਾ ਜ਼ਿਆਦਾ। ਤਾਂ ਉਹ ਵੀ ਗੱਲ ਕਰਾਂਗੇ ਅਸੀਂ, ਜਿੱਥੋਂ ਤੱਕ ਹੋ ਸਕਦਾ ਹੈ ਚੱਕ ਦਿਆਂਗੇ ਕੰਮ। ਆਪਾਂ ਥੱਲੇ ਭਰਾ ਦਾ ਕਮੈਂਟ ਹੈ, ਚੱਕ ਦਿਓ ਕੰਮ, ਚੱਕ ਦਿਆਂਗੇ ਜਾਨ। ਜਿਹੜੇ ਬਾਬੇ ਦੀ ਮਿਹਰ ਨਾਲ ਜਿੱਥੇ ਹੱਥ ਪਾ ਲਿਆ, ਸਾਰੇ ਵੱਡੇ ਭਰਾ ਹੈਗੇ ਆ। ਹੁਣ ਟਿਕਣਾ ਨਹੀਂ, ਇੱਕ ਵਾਰੀ ਤਾਂ ਇੱਕ ਪਾਸੇ ਕਰਕੇ ਛੱਡਾਂਗੇ। ਇਹ 'ਚ ਹੁਣ ਆਪਣਾ ਨੁਕਸਾਨ ਹੋਵੇ, ਕੁਝ ਵੀ ਹੋਵੇ, ਕੋਈ ਚੱਕਰ ਨਹੀਂਗਾ, ਬਟ ਬਾਬਾ ਮਿਹਰ ਕਰੇ। ਅੱਜ ਮੈਂ ਜਿਹੜੀ ਚੀਜ਼ ਸੋਚਦਾ ਹੁੰਦਾ ਸੀ ਸਾਲ ਪਹਿਲਾਂ ਕਿ ਕੋਈ ਕਿਉਂ ਨਹੀਂਗਾ ਮੇਰੇ ਤੋਂ ਪਹਿਲਾਂ ਸਿੰਗਰ ਕਿਉਂ ਨਹੀਂ ਬੋਲਿਆ, ਕੋਈ ਰਾਈਟਰ ਕਿਉਂ ਨਹੀਂ ਆ ਕੇ ਇਦਾਂ ਦਾ ਕੁਝ ਬਣਾਇਆ ਜਿਹੜਾ ਸਾਡਾ ਹੱਕ ਸਾਨੂੰ ਮਿਲਦਾ। ਅੱਜ ਜੇ ਬਾਬੇ ਨੇ ਉਸ ਥਾਂ ਤੇ ਮੈਨੂੰ ਬਿਠਾਤਾ ਤੇ ਮੈਂ ਅੱਖਾਂ ਨਹੀਂ ਬੰਦ ਕਰੂੰਗਾ। ਮੈਂ ਉਹਨਾਂ ਸ਼੍ਰੀ ਬਰਾੜਾਂ ਲਈ ਲੜੂੰਗਾ ਜਿਹੜੇ ਸੁਸਾਈਡ ਤੇ ਖੜੇ ਆ। ਮੈਂ ਉਹਨਾਂ 뮤직 ਰਾਈਟਰਾਂ ਲਈ ਚਾਹੁੰਦਾ ਕਿ ਅਸੀਂ ਲੜਾਂਗੇ। ਅੱਜ ਦੀ ਪੀੜ੍ਹੀ ਦੇ ਸਿੰਗਰ ਐ ਅਸੀਂ ਜਿੰਨੇ, ਅਸੀਂ ਉਹਨਾਂ ਦੇ ਹੱਕਾਂ ਲਈ ਲੜਾਂਗੇ, ਉਹਨਾਂ ਲਈ ਇੱਕ ਵਾਰੀ ਬੋਲਾਂਗੇ ਜ਼ਰੂਰ ਕਿ ਉਹਨਾਂ ਦੇ ਰਾਈਟ ਹੈ। ਸਾਡਾ ਫਿਊਚਰ ਹੈ ਜਿਹੜਾ, ਉਹ ਸਾਨੂੰ ਕਿਸੇ ਦੇ ਹੱਥਾਂ 'ਚ ਨਾ ਜਾਵੇ। ਸਾਡਾ ਜਿਹੜਾ ਪੈਸਾ ਹੈ ਉਹ ਬੰਬੇ ਨਹੀਂ ਖਾਊਗਾ, ਸਾਡੇ ਪੰਜਾਬ ਦਾ ਪੈਸਾ ਹੈ, ਸਾਡੇ ਇੱਥੋਂ ਦੇ ਪੰਜਾਬ ਦੇ ਆਰਟਿਸਟਾਂ ਤੱਕ ਲਿਆ ਕੇ ਛੱਡਾਂਗੇ ਅਸੀਂ, ਵਿੱਚ ਵਿਚਾਲੇ ਕੁਝ ਨਹੀਂ। ਤਾਂ ਬਾਬਾ ਮਿਹਰ ਕਰੇ, ਇੰਨੀ ਕੁ ਗੱਲ ਸੀ। ਤਾਂ ਜਿਹੜੇ ਸਿੰਗਰ ਭਰਾ, ਜਿੰਨੇ ਵੀ ਭਰਾ ਹੈਗੇ ਆ ਹਨਾ, ਬੜੇ ਭਰਾਵਾਂ ਤੋਂ ਮੈਂ ਛੋਟਾ ਹਾਂ, ਤਾਂ ਇੰਨੀ ਕੁ ਗੱਲ ਸੁਣ ਕੇ ਮੇਰੀ ਕਿ ਵੀਰੇ ਆਪਾਂ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਰਨਾ ਹੈ ਕਿ ਆਉਣ ਵਾਲੇ ਕਲਾਕਾਰ ਹੈ ਜਿਹੜੇ ਸਿਕਿਉਰ ਕਰ ਜੀ, ਆਪਾਂ ਆਉਣ ਵਾਲੇ ਇੰਡਸਟਰੀ ਨੂੰ ਹੋਰ ਵੱਡੀ ਕਰ ਸਕੀਏ ਹਨਾ। ਲਵ ਯੂ। ਤੁਸੀਂ ਇੰਨੇ ਭਰਾ ਜੁੜੇ, ਮੈਂ ਗੱਲ ਤਾਂ ਨਹੀਂ ਕਰ ਪਾਇਆ ਤੁਹਾਡੇ ਨਾਲ ਕਿਉਂਕਿ ਮੈਨੂੰ ਆਏ ਸੀਗਾ ਕਿ
ਇਹ ਗੱਲ ਤੁਹਾਡੇ ਤੱਕ ਸਾਰੀ ਪਹੁੰਚੇ, ਠੀਕ ਹੈ। ਬਾਬਾ ਜੀ ਮਿਹਰ ਕਰਨ। ਲਵ ਯੂ ਵੀਰੇ, ਲਵ ਯੂ। ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਇੰਨਾ ਕੀਮਤੀ ਟਾਈਮ ਕੱਢ ਕੇ ਆਪਦਾ, ਠੀਕ ਹੈ। ਤੇ ਆਈ ਹੋਪ ਤੁਹਾਨੂੰ ਇਹ ਗੱਲਾਂ, ਕਿਉਂਕਿ ਵੱਖਰੀ ਸੀ, ਇੱਕ ਇੰਡਸਟਰੀ ਦੀਆਂ ਗੱਲਾਂ ਸੀ, ਬਟ ਤੁਹਾਨੂੰ ਸਮਝ ਆਈਆਂ ਹੋਣੀਆਂ ਸਾਰੀਆਂ ਗੱਲਾਂ, ਹਨਾ। ਤੇ ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਜਿੰਦਾਬਾਦ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।